इस चैनल को सब्सक्राइब करें और घंटा दबाना ना भूलें। ऐसे प्रभु मैं तुझे खोज रहा, ऐसे प्रभु मैं तुझे खोज रहा। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਕਿਰਪਾਲੂ ਮਿਹਰਬਾਨ ਪ੍ਰੇਮੀ ਪਰਮੇਸ਼ਵਰ, ਅਸੀਂ ਆਪ ਦਾ ਧੰਨਵਾਦ, ਆਪ ਦੀ ਮਹਿਮਾ, ਆਪ ਦੀ ਵਡਿਆਈ ਕਰਦੇ ਹਾਂ। ਤੁਸੀਂ ਰਾਜਿਆਂ ਦੇ ਰਾਜਾ, ਪ੍ਰਭੂਆਂ ਦੇ ਪ੍ਰਭੂ, ਸਰਵ ਸ਼ਕਤੀਮਾਨ, ਸਰਵ ਵਿਆਪੀ, ਸਰਵਗਿਆ ਪਰਮੇਸ਼ਰ ਹੋ। ਤੁਸੀਂ ਸਾਨੂੰ ਕਦੇ ਛੱਡਦੇ ਨਹੀਂ, ਕਦੇ ਤਿਆਗਦੇ ਨਹੀਂ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿੰਦੇ ਹੋ ਅਤੇ ਆਪਣੀ ਭਲਾਈ ਨਿਤ ਪ੍ਰਤੀ ਦਿਨ ਨਵੀਂ ਕਰਕੇ ਸਾਡੇ ਜੀਵਨ ਦੇ ਵਿੱਚ ਕਰਦੇ ਹੋ। ਅਸੀਂ ਉਸ ਦੇ ਲਈ ਤੇਰਾ ਸ਼ੁਕਰਗੁਜ਼ਾਰ ਕਰਦੇ ਹਾਂ। ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਸਾਡੀ ਆਤਮਿਕ ਚਿੰਤਾ ਕਰਦੇ ਹੋਏ ਆਤਮਿਕ ਵਚਨਾਂ ਦੇ ਨਾਲ ਸਾਨੂੰ ਨਿਹਾਲ ਕਰਦੇ ਹੋ। ਉਸ ਦੇ ਲਈ ਅਸੀਂ ਤੇਰੇ ਧੰਨਵਾਦੀ ਹਾਂ। ਅੱਜ ਦੇ ਵਚਨ ਦੇ ਨਾਲ ਵੀ ਸਾਡੇ ਨਾਲ ਅਜਿਹਾ ਕਰ ਕਿ ਅਸੀਂ ਤੇਰੀ ਮੁਕਤੀ ਨੂੰ ਜਾਣ ਕੇ ਤੇਰੇ ਨਾਮ ਨੂੰ ਉੱਚਾ ਕਰ ਸਕੀਏ ਔਰ ਤੇਰੇ ਨਾਮ ਦੀ ਵਡਿਆਈ ਕਰ ਸਕੀਏ। ਸੁਣਨ ਵਾਲੇ ਅਤੇ ਬੋਲਣ ਵਾਲੇ ਨੂੰ ਦੋਨਾਂ ਨੂੰ ਆਪਣੀ ਸਮਝ, ਆਪਣੀ ਤੌਫੀਕ ਦੇ, ਜਿਸ ਦੇ ਨਾਲ ਤੇਰੇ ਰਾਜ ਦੀਆਂ ਭਲਾਈਆਂ ਪਰਮੇਸ਼ਰ ਪਿਤਾ ਜਿਨ੍ਹਾਂ ਨੇ ਨਹੀਂ ਜਾਣਿਆ ਉਹਨਾਂ ਦੇ ਉੱਤੇ ਪ੍ਰਗਟ ਹੋਣ ਔਰ ਆਪ ਦੇ ਦਾਸ ਦੇ ਰਾਹੀਂ ਆਪ ਦੇ ਸ਼ਬਦ ਉਹਨਾਂ ਭਲਾਈਆਂ ਨੂੰ ਪ੍ਰਗਟ ਕਰਨ। ਇਹ ਸਾਰਾ ਕੁਝ ਆਪ ਦੇ ਹੱਥਾਂ ਵਿੱਚ ਸੌਂਪਦੇ ਹੋਏ ਇਹ ਬੇਨਤੀ ਮੁਕਤੀ ਦਾ ਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੋ ਕੇ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦੇ ਜੋ ਵਚਨ ਦਾ ਮੈਂ ਹਿੱਸਾ ਲਿਆ ਹੈ ਉਹ ਲਿਆ ਹੈ ਯਸ਼ਾਇਆ ਦੀ ਪੁਸਤਕ, ਉਸ ਦਾ 12 ਅਧਿਆਇ, ਉਸ ਦੀ 3 ਆਇਤ ਦੇ ਵਿੱਚੋਂ। ਇੱਥੇ ਇਸ ਤਰ੍ਹਾਂ ਲਿਖਿਆ ਹੈ, ਮੁਕਤੀ ਦੇ ਸੋਤਿਆਂ ਤੋਂ ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ। ਇਸ ਦਾ ਜੋ ਮੈਂ ਵਿਸ਼ਾ ਲਿਆ ਹੈ ਉਹ ਲਿਆ ਹੈ ਮੁਕਤੀ ਦੇ ਖੂਹ। ਮੁਕਤੀ ਦੇ ਖੂਹ। ਜਦੋਂ ਇਸ ਨੂੰ ਅਸੀਂ ਹਿੰਦੀ ਦੇ ਵਿੱਚ ਵੀ ਪੜ੍ਹਦੇ ਹਾਂ ਤਾਂ ਇੱਥੇ ਲਿਖਿਆ ਹੈ, ਤੁਸੀਂ ਆਨੰਦ ਦੇ ਨਾਲ ਮੁਕਤੀ ਦੇ ਖੂਹ ਤੋਂ ਜਲ ਭਰੋਗੇ। ਬੜੀ ਅਜੀਬ ਗੱਲ ਹੈ। ਯਸ਼ਾਇਆ 12 ਅਧਿਆਏ ਦੇ 1 ਤੋਂ ਲੈ ਕੇ 3 ਤੱਕ ਮੁਕਤੀ ਦੀ ਗੱਲ ਕਰਦਾ ਹੋਇਆ ਨਜ਼ਰ ਆਉਂਦਾ ਹੈ। ਇਸ ਦਾ ਮਤਲਬ ਇਸਰਾਇਲ ਰਾਜ ਜਦੋਂ ਗੁਲਾਮੀ ਦੇ ਵਿੱਚ ਚਲਾ ਗਿਆ ਸੀ ਤਦ ਯਸ਼ਾਇਆ ਉਹਨਾਂ ਦੇ ਵਿੱਚ ਪਰਮੇਸ਼ਵਰ ਦੇ ਵਚਨ ਨੂੰ ਉਸ ਦੀ ਸੱਚਾਈ ਦੇ ਨਾਲ ਪ੍ਰਗਟ ਕਰ ਰਿਹਾ ਸੀ। ਔਰ ਇਹ ਸੱਚਾਈ ਇਸਰਾਇਲ ਨੂੰ ਪਹਿਲਾਂ ਹੀ ਦੱਸ ਦਿੱਤੀ ਗਈ ਸੀ। ਕਿਉਂਕਿ ਇਸਰਾਇਲ ਪਾਪ ਦੇ ਬੰਧਨਾਂ ਦੇ ਵਿੱਚ ਦਿਨ ਪ੍ਰਤੀ ਦਿਨ ਜਕੜਿਆ ਹੋਇਆ ਜਾ ਰਿਹਾ ਸੀ ਔਰ ਉਸ ਪਾਪ ਦੇ ਨਾਲ ਉਹਨਾਂ ਦੇ ਜੀਵਨ ਦੇ ਵਿੱਚ ਨਿਤ ਪ੍ਰਤੀ ਦਿਨ ਬੁਰਾਈ ਹੀ ਪਨਪਦੀ ਜਾ ਰਹੀ ਸੀ। ਜੇ ਸੱਚ ਵੀ ਉਹਨਾਂ ਦੇ ਜੀਵਨ ਦੇ ਵਿੱਚ ਆਉਣਾ ਚਾਹੁੰਦਾ ਸੀ, ਜੇ ਸੱਚ ਨੂੰ ਵੀ ਉਹ ਜਾਣਨਾ ਚਾਹੁੰਦੇ ਸੀ, ਤਾਂ ਵੀ ਉਹ ਬੁਰਾਈ ਦੇ ਪਿੱਛੇ ਜਾ ਰਹੇ ਸੀ। ਇਹ ਬੜੀ ਦੁੱਖ ਦੀ ਗੱਲ ਹੈ। ਪਰ ਜਦੋਂ ਯਸ਼ਾਇਆ ਇਸ ਜਗ੍ਹਾ ਦੇ ਉੱਤੇ ਪਰਮੇਸ਼ਵਰ ਦੀ ਮੁਕਤੀ ਦੀ ਗੱਲ ਕਰਦਾ ਹੈ ਤਾਂ ਉਸ ਵਿੱਚ ਪਰਮੇਸ਼ਵਰ ਦੀ ਮੁਕਤੀ ਦਾ ਧੰਨਵਾਦ ਵੀ ਨਾਲ ਹੀ ਕਰਦਾ ਹੈ। ਮੈਂ ਆਪ ਨੂੰ ਜਦੋਂ ਇਸ ਉੱਤੇ ਗੱਲ ਕਰ ਰਿਹਾ ਸਾਂ, ਕਹਿੰਦਾ ਮੁਕਤੀ ਦੇ ਸੋਤਿਆਂ। ਅਗਰ ਅਸੀਂ ਦੂਸਰੇ ਸ਼ਬਦਾਂ ਦੇ ਵਿੱਚ ਇਹਨੂੰ ਦੇਖੀਏ, ਸੋਤਾ ਮਤਲਬ ਸੋਮਾ। ਸੋਮਾ ਮਤਲਬ ਜਿਹੜਾ ਕੁਦਰਤੀ ਵਗਦਾ ਰਹਿੰਦਾ ਹੈ। ਬਹੁਤ ਘੱਟ ਲੋਕ ਹੈ ਜਿਨ੍ਹਾਂ ਨੇ ਕੁਦਰਤੀ ਸੋਮਾ ਦੇਖਿਆ ਹੈ ਅਤੇ ਉਸ ਕੁਦਰਤੀ ਸੋਮੇ ਦੇ ਵਿੱਚ ਇੱਕ ਖਾਸੀਅਤ ਬੜੀ ਨਜ਼ਰ ਆਉਂਦੀ ਹੈ। ਉਹ ਖਾਸੀਅਤ ਕੀ ਨਜ਼ਰ ਆਉਂਦੀ ਹੈ?
ਇੱਕ ਤਾਂ ਉਹ ਪਹਾੜਾਂ ਦੇ ਉਸ ਝਰਨੇ ਦੇ ਵਿੱਚੋਂ ਵਗਦਾ ਹੈ, ਚਟਾਨਾਂ ਦੇ ਵਿੱਚੋਂ ਵਗਦਾ ਹੈ ਅਤੇ ਸਾਫ਼ ਵਗਦਾ ਹੈ ਅਤੇ ਠੰਡਾ ਵਗਦਾ ਹੈ। ਅਦਭੁਤ ਗੱਲ ਹੈ। ਸਾਫ਼ ਵਗਦਾ ਹੈ ਅਤੇ ਗਹਿਰਾ ਵਗਦਾ ਹੈ ਅਤੇ ਠੰਡਾ ਵਗਦਾ ਹੈ। ਇਹ ਪਰਮੇਸ਼ਰ ਵੱਲੋਂ ਹੀ ਹੈ। ਇਹ ਮਨੁੱਖ ਦੀ ਖੋਜ ਨਹੀਂ, ਇਹ ਮਨੁੱਖ ਦੀ ਦੇਣ ਨਹੀਂ, ਇਹ ਪਰਮੇਸ਼ਰ ਦੀ ਹੈ। ਪਹਿਲਾ ਸੋਤਾ ਜਦੋਂ ਇਸਰਾਇਲ ਗੁਲਾਮੀ ਦੇ ਵਿੱਚ ਚਲਾ ਗਿਆ ਅਤੇ ਗੁਲਾਮੀ ਦੇ ਵਿੱਚੋਂ ਜਦੋਂ ਉਹਨਾਂ ਨੂੰ ਪਰਮੇਸ਼ਰ ਨੇ ਛੁਡਾਇਆ ਔਰ ਪਾਪ ਦੇ ਜੰਗਲ ਦੇ ਵਿੱਚ ਉਹ ਗੁਜ਼ਰ ਰਹੇ ਸੀ, ਉੱਥੇ ਪਿਆਸ ਲੱਗੀ, ਤਦ ਪਰਮੇਸ਼ਰ ਨੇ ਚੱਟਾਨ ਦੇ ਉੱਤੇ ਮੂਸਾ ਦੇ ਰਾਹੀਂ ਉੱਥੋਂ ਉਹਨਾਂ ਦੇ ਲਈ ਉਹ ਸੋਮਾ ਬਹਾਇਆ, ਉਹਨਾਂ ਦੀ ਪਿਆਸ ਮਿਟਾਉਣ ਦੇ ਲਈ। ਇਹ ਸੋਮਾ ਕੀ ਕਰਦਾ ਹੈ? ਇੱਕ ਪਿਆਸ ਮਿਟਾਉਂਦਾ ਹੈ ਔਰ ਉਹਨਾਂ ਦੀ ਸਰੀਰਕ ਪਿਆਸ ਉਸ ਜਗ੍ਹਾ ਦੇ ਉੱਤੇ ਮਿਟਾਈ ਗਈ। ਅਸੀਂ ਉਹ ਸੋਮਾ ਜੋ ਦੇਖਦੇ ਹਾਂ ਉਹਨਾਂ ਦੇ ਜੀਵਨ 'ਚ ਦੇਖਦੇ ਹਾਂ। ਖੂਹ ਦੀ ਕੁਆਲਿਟੀ ਹੈ। ਖੂਹ ਜਿਹੜਾ ਹੈ ਉਹ ਡੂੰਘਾ ਹੁੰਦਾ ਹੈ ਅਤੇ ਉਸ ਦਾ ਪਾਣੀ ਪੱਤਣ ਤੇ ਸਿਮਦਾ ਹੈ ਅਤੇ ਠੰਡਾ ਹੁੰਦਾ ਹੈ, ਸਾਫ਼ ਹੁੰਦਾ ਹੈ। ਅਤੇ ਇੱਕ ਖਾਸੀਅਤ ਹੋਰ, ਨਿਤ ਪ੍ਰਤੀ ਦਿਨ ਤਾਜ਼ਾ ਹੁੰਦਾ ਹੈ। ਦੇਖੋ ਕਿੰਨੀ ਖਾਸੀਅਤ ਉਹਦੇ ਵਿੱਚ ਨਿਕਲਦੀ ਹੈ ਅਤੇ ਕਿੰਨੀਆਂ ਗਹਿਰੀਆਂ ਗੱਲਾਂ ਇਹਦੇ ਵਿੱਚੋਂ ਪਰਮੇਸ਼ਰ ਦੇ ਵਚਨ ਦੇ ਨਾਲ ਸਾਡੇ ਜੀਵਨ ਦੀ ਉન્નਤੀ ਦੇ ਲਈ ਪਰਮੇਸ਼ਰ ਦਿੰਦਾ ਹੈ। ਪਰ ਇਹ ਮੁਕਤੀ ਦਾ ਖੂਹ ਜਿਹੜਾ ਇੱਥੇ ਗੱਲ ਕੀਤੀ ਗਈ ਹੈ, ਜਿਸ ਦੇ ਬਾਰੇ ਇੱਥੇ ਪਰਮੇਸ਼ਵਰ ਦਾ ਦਾਸ ਗੱਲ ਕਰ ਰਿਹਾ ਹੈ ਕਿ ਉੱਥੇ ਮੁਕਤੀ ਦੇ ਸੋਤਿਆਂ ਤੋਂ ਤੁਸੀਂ ਖੁਸ਼ੀ ਨਾਲ ਭਰੋਗੇ। ਦਾਊਦ ਬਾਦਸ਼ਾਹ ਇਸ ਸੋਤੇ ਦੀ ਗੱਲ ਜਦੋਂ ਯਸ਼ਾਇਆ ਜ਼ਬੂਰ 42 ਦੇ ਵਿੱਚ ਗੱਲ ਕਰਦਾ ਹੈ ਤਾਂ ਮੈਂ ਉਸ ਦੇ ਉੱਤੇ ਵੀ ਹੈਰਾਨ ਹੁੰਦਾ। ਕਹਿੰਦਾ ਹੈ ਜਿਵੇਂ ਹਿਰਨੀ ਨਦੀ ਦੇ ਜਲ ਲਈ ਹਫਦੀ ਹੈ, ਤਿਵੇਂ ਪਰਮੇਸ਼ਰ ਮੈਂ ਤੇਰੇ ਲਈ ਹਫਦਾ ਹਾਂ। ਮੈਂ ਜੀਵਤੇ ਪਰਮੇਸ਼ਰ ਦਾ ਪਿਆਸਾ ਹਾਂ, ਕਦ ਜਾ ਕੇ ਪਰਮੇਸ਼ਰ ਨੂੰ ਆਪਣਾ ਮੂੰਹ ਦਿਖਾਵਾਂ। ਇਹ ਮੁਕਤੀ ਦੀ ਪਿਆਸ ਅੱਜ ਹਰ ਇੱਕ ਇਨਸਾਨ ਦੇ ਕੋਲ ਹੈ, ਪਰ ਉਹ ਮੁਕਤੀ ਦੇ ਉਸ ਖੂਹ ਕੋਲ, ਮੁਕਤੀ ਦੇ ਉਸ ਸੋਤੇ ਕੋਲ ਨਹੀਂ ਪਹੁੰਚੇ। ਕਾਰਨ ਉਹ ਤਲਾਬਾਂ ਦੇ ਵਿੱਚ ਉਸ ਮੁਕਤੀ ਨੂੰ ਖੋਜਣ ਦੀ ਕੋਸ਼ਿਸ਼ ਕਰ ਰਹੇ ਆ। ਤਲਾਬ ਦਾ ਪਾਣੀ ਖੜਾ ਹੁੰਦਾ ਹੈ ਅਤੇ ਗੰਦਾ ਹੁੰਦਾ ਹੈ, ਦੇਖਣ ਨੂੰ ਉਹ ਸਾਫ਼ ਅਤੇ ਨੀਲਾ ਦਿਖਾਈ ਦਿੰਦਾ ਹੈ, ਪਰ ਉਹ ਪੀਣ ਦੇ ਯੋਗ ਨਹੀਂ ਹੁੰਦਾ ਹੈ। ਲੋਕ ਉਹਨਾਂ ਦੇ ਵਿੱਚ ਜਾ ਕੇ ਪਾਣੀ ਨੂੰ ਭਾਲਣ ਦੀ ਕੋਸ਼ਿਸ਼ ਕਰਦੇ ਆ ਅਤੇ ਆਪਣੇ ਜੀਵਨ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਅਤੇ ਉਹ ਨਾਸ਼ ਹੋ ਰਹੇ ਆ। ਇਹ ਦੁਨੀਆ ਇੱਕ ਤਲਾਬ ਦੀ ਤਰ੍ਹਾਂ ਹੈ, ਖੂਹ ਦੀ ਤਰ੍ਹਾਂ ਨਹੀਂ। ਤਲਾਬ ਦਾ ਪਾਣੀ ਗੰਦਾ ਹੁੰਦਾ ਹੈ ਅਤੇ ਦਲਦਲ ਦੀ ਤਰ੍ਹਾਂ ਹੁੰਦਾ ਹੈ, ਉਸ ਦੇ ਵਿੱਚ ਬੰਦਾ ਧੱਸਦਾ ਜਾਂਦਾ ਹੈ, ਧੱਸਦਾ ਜਾਂਦਾ, ਅਖੀਰ ਨੂੰ ਮਰ ਜਾਂਦਾ ਹੈ। ਅੱਜ ਇਨਸਾਨ ਪਾਪ ਤੋਂ ਬਚਣ ਦੇ ਲਈ ਖੋਜ ਕਰਦਾ ਹੈ, ਪਰ ਖੋਜ ਕਿਸ ਚੀਜ਼ ਦੀ ਕਰ ਰਿਹਾ ਹੈ? ਪਾਪ ਤੋਂ ਬਚਣ ਦੇ ਲਈ ਉਸ ਤਲਾਬ ਦੇ ਵਿੱਚ ਖੋਜ ਕਰ ਰਿਹਾ ਹੈ ਜਿਸ ਦੇ ਵਿੱਚ ਮੁਕਤੀ ਹੈ ਹੀ ਨਹੀਂ। ਮੁਕਤੀ ਉਹਨਾਂ ਦੇ ਕੋਲ ਸ਼ਬਦ ਹੈ ਹੀ ਨਹੀਂ। ਮੋਕਸ਼ ਦੀ ਅਲੱਗ-ਅਲੱਗ ਤਰੀਕਿਆਂ ਦੇ ਨਾਲ ਅੱਜ ਦੁਨੀਆ ਖੋਜ ਕਰ ਰਹੀ ਹੈ, ਪਰ ਉਹਨਾਂ ਨੂੰ ਮੋਕਸ਼ ਮੁਕਤੀ ਮਿਲ ਨਹੀਂ ਰਹੀ। ਮੁਕਤੀ ਦਾ ਖੂਹ ਮਿਲ ਨਹੀਂ ਰਿਹਾ। ਹਰ ਕਿਸੇ ਨੇ ਅਲੱਗ-ਅਲੱਗ ਤਰੀਕੇ ਦੇ ਨਾਲ ਕੋਸ਼ਿਸ਼। ਕਿਸੇ ਨੂੰ ਪੁੱਛੋ, ਹਾਂ ਕਿਹਨੇ ਦੇਖਿਆ ਰੱਬ? ਜਿੱਦਾਂ ਦੁਨੀਆ ਸ਼ੁਰੂ ਤੋਂ ਚੱਲਦੀ ਆ ਰਹੀ ਹੈ ਉੱਦਾਂ ਹੀ ਮੁੱਕ ਜਾਣੀ, ਅਸੀਂ ਵੀ ਮੁੱਕ ਜਾਣਾ। ਮੇਰੇ ਭਰਾ ਅਤੇ ਭੈਣ, ਇਹ ਮੁਕਤੀ ਦੀ ਖੋਜ ਨਹੀਂ ਹੈ, ਇਹ ਮੁਕਤੀ ਦੀ ਗੱਲ ਨਹੀਂ ਹੈ। ਪਰ ਪਰਮੇਸ਼ਰ
ਇੱਥੇ ਮੁਕਤੀ ਦੇ ਲਈ ਮੇਰੇ ਜੀਵਨ ਦੇ ਵਿੱਚ ਆਪ ਦੇ ਨਾਲ ਅਤੇ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਹੈ। ਕੀ ਗੱਲ ਕਰ ਰਿਹਾ ਇੱਥੇ? ਤੁਸੀਂ ਮੁਕਤੀ ਦੇ ਸੋਤਿਆਂ ਤੋਂ ਖੁਸ਼ੀ ਨਾਲ ਭਰੋਗੇ। ਮੁਕਤੀ ਉਹਦੇ ਕੋਲ ਹੈ ਜਿਹੜਾ ਮੁਕਤੀ ਦੇ ਯੋਗ ਹੈ। ਮੁਕਤੀ ਉਹਦੇ ਕੋਲ ਹੈ ਜਿਸ ਨੇ ਸ੍ਰਿਸ਼ਟੀ ਨੂੰ ਬਣਾਇਆ ਹੈ। ਮੁਕਤੀ ਉਹਦੇ ਕੋਲ ਹੈ ਜਿਸ ਨੇ ਮੈਨੂੰ ਅਤੇ ਆਪ ਨੂੰ ਰਚਿਆ ਹੈ। ਕਿਸੇ ਮਨੁੱਖ ਦੇ ਕੋਲ ਮੁਕਤੀ ਨਹੀਂ। ਅੱਜ ਬਹੁਤ ਸਾਰੇ ਦੁਨੀਆ ਦੇ ਵਿੱਚ ਆਪਣੇ ਆਪ ਨੂੰ ਈਸ਼ਵਰ ਬਣਾਈ ਬੈਠੇ ਆ ਅਤੇ ਮਹਿਮਾ ਲੈ ਰਹੇ ਆ। ਬਾਣੀ ਦੇ ਵਿੱਚ ਲਿਖਿਆ ਉਹ ਨਾਸ਼ਵਾਨ ਹੈ। ਮੈਂ ਪੜ੍ਹਦਾ ਹਾਂ ਆਪਦੇ ਲਈ ਰੋਮੀਆਂ ਦੀ ਪੁਸਤਕ। ਜਦੋਂ ਅਸੀਂ ਉਹਦਾ ਇੱਕ ਅਧਿਆਇ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਉਸ ਦੀ ਬੁਰਾਈ ਦਾ ਕੰਮ ਜਿਹੜਾ ਹੈ ਸਾਫ਼ ਰੀਤੀ ਨਾਲ ਸਾਨੂੰ ਨਜ਼ਰ ਆਉਂਦਾ ਹੈ। ਇੱਥੇ ਕੀ ਕਹਿੰਦਾ ਹੈ? ਅਤੇ ਅਵਿਨਾਸ਼ੀ ਪਰਮੇਸ਼ਵਰ ਦੇ ਪ੍ਰਤਾਪ ਨੂੰ ਨਾਸ਼ਵਾਨ ਮਨੁੱਖਾਂ, ਜਿਹੜਾ ਪਰਮੇਸ਼ਵਰ ਨਾਸ਼ ਨਹੀਂ ਹੋ ਸਕਦਾ, ਜਿਸ ਪਰਮੇਸ਼ਵਰ ਨੂੰ ਕੋਈ ਮਾਰ ਨਹੀਂ ਸਕਦਾ, ਜਿਸ ਪਰਮੇਸ਼ਵਰ ਦੇ ਕੋਲ ਕੋਈ ਜਾ ਨਹੀਂ ਸਕਦਾ, ਜਿਸ ਪਰਮੇਸ਼ਵਰ ਨੂੰ ਕੋਈ ਆਪਣੇ ਆਪ ਦੇ ਵਿੱਚ ਪ੍ਰਾਪਤ ਨਹੀਂ ਕਰ ਸਕਦਾ, ਉਸ ਪਰਮੇਸ਼ਵਰ ਨੂੰ ਅਸੀਂ ਮਨੁੱਖਾਂ ਵਿੱਚ ਪਾਲ ਰਹੇ ਹਾਂ। ਉਸ ਪਰਮੇਸ਼ਵਰ ਨੂੰ ਅਸੀਂ ਮਨੁੱਖਾਂ ਦੇ ਵਿੱਚ ਸਿਜਦਾ ਕਰਕੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਦੇਖੋ, ਇਸ ਯੁੱਗ ਦੇ ਈਸ਼ਵਰ ਨੇ ਮੁਕਤੀ ਦੇ ਲਈ ਮਨੁੱਖਾਂ ਨੂੰ ਪਰਮੇਸ਼ਰ ਬਣਾ ਕੇ ਆਪਣੀ ਜ਼ਿੰਦਗੀ ਨੂੰ ਨਾਸ਼ ਦੇ ਲਈ ਪਾਲ ਰਿਹਾ ਹੈ। ਰੋਮੀਆਂ ਦਾ ਲੇਖਕ ਦੱਸਦਾ ਹੈ ਤੁਸੀਂ ਮੁਕਤੀ ਕੋਲ ਨਹੀਂ ਹੋ, ਤੁਸੀਂ ਵਿਨਾਸ਼ ਦੇ ਈਸ਼ਵਰ ਕੋਲ ਹੋ। ਵਿਨਾਸ਼ ਦੇ ਉਹ ਖੂਹ ਕੋਲ ਹੋ ਜਿਹੜਾ ਸੁੱਕਾ ਹੈ, ਜਿਸ ਵਿੱਚ ਪਾਣੀ ਹੈ ਹੀ ਨਹੀਂ। ਤੇ ਸਾਨੂੰ ਫੇਰ ਮੁਕਤੀ ਦਾ ਖੂਹ ਕਿੱਥੇ ਮਿਲੇਗਾ? ਮੈਂ ਆਪ ਨੂੰ ਉਸ ਦੇ ਕੋਲ ਲੈ ਕੇ ਜਾ ਰਿਹਾ ਹਾਂ। ਯਹੋਨਾ ਦੀ ਅੰਜੀਲ 4 ਅਧਿਆਏ, ਜਿੱਥੇ ਯਿਸੂ ਮਸੀਹ ਉਸ ਮੁਕਤੀ ਦੇ ਖੂਹ ਦੀ ਸਵੈ ਗੱਲ ਕਰਦਾ ਹੋਇਆ ਮੇਰੇ ਅਤੇ ਆਪ ਦੇ ਨਾਲ ਨਜ਼ਰ ਆ ਰਿਹਾ ਹੈ। ਯਿਸੂ ਨੇ ਇਸ ਔਰਤ ਨੂੰ, ਜਿਹੜੀ ਇੱਥੇ ਘਟਨਾ ਘਟੀ ਹੈ, ਇੱਕ ਸਾਮਰੀ ਤੀਵੀਂ ਕੋਲ ਯਿਸੂ ਪਾਣੀ ਮੰਗਦਾ ਨਜ਼ਰ ਆ ਰਿਹਾ ਹੈ। ਤਾਂ ਉਸ ਸਾਮਰੀ ਤੀਵੀਂ ਨੇ ਆਖਿਆ, ਭਲਾ ਤੂੰ ਯਹੂਦੀ ਹੈ ਹੋ ਕੇ ਮੇਰੇ ਸਾਮਰੀ ਕੋਲੋਂ ਪਾਣੀ ਪੀਣ ਨੂੰ ਕਿਵੇਂ ਮੰਗਦਾ ਹੈ? ਕਿਉਂ ਜੋ ਯਹੂਦੀ ਸਾਮਰੀਆਂ ਨਾਲ ਨਹੀਂ ਵਰਤਦੇ। ਯਿਸੂ ਨੇ ਉਹਨੂੰ ਉੱਤਰ ਦਿੱਤਾ, ਜੇ ਤੂੰ ਪਰਮੇਸ਼ਰ ਦੀ ਬਖਸ਼ਿਸ਼ ਨੂੰ ਜਾਣਦੀ, ਬਖਸ਼ਿਸ਼ ਦਾਨ ਨੂੰ ਜਾਣਦੀ, ਅਤੇ ਇਹ ਕਿ ਉਹ ਕੌਣ ਹੈ ਜੋ ਤੈਨੂੰ ਆਖਦਾ ਹੈ ਕਿ ਮੈਨੂੰ ਜਲ ਪਿਆ, ਤਾਂ ਤੂੰ ਉਸ ਕੋਲੋਂ ਮੰਗਦੀ ਅਤੇ ਉਹ ਤੈਨੂੰ ਅੰਮ੍ਰਿਤ ਜਲ ਦਿੰਦਾ। ਅੰਮ੍ਰਿਤ ਜਲ ਦਾ ਮਤਲਬ ਸਦੀਪਕ ਜਲ, ਸਦੀਪਕ ਜਿਉਣ ਦਾ ਜਲ। ਔਰ ਉਹ ਜਲ ਜਿਹੜਾ ਸ਼ੁੱਧ ਹੈ, ਉਹ ਜਲ ਜਿਹੜਾ ਪਵਿੱਤਰ ਹੈ, ਉਹ ਜਲ ਜਿਹੜਾ ਮਿੱਠਾ ਹੈ, ਉਹ ਜਲ ਜਿਹੜਾ ਮੇਰੀ ਆਤਮਾ ਨੂੰ ਤ੍ਰਿਪਤ ਕਰਦਾ ਹੈ। ਪ੍ਰਭੂ ਯਿਸੂ ਮਸੀਹ ਯਹੋਨਾ 4:10 ਦੇ ਵਿੱਚ ਉਸ ਤੀਵੀਂ ਨੂੰ ਦੱਸਦੇ ਆ ਕਿ ਉਹ ਖੂਹ ਮੈਂ ਆ। ਮੇਰੇ ਕੋਲ ਜੇ ਤੂੰ ਉਹ ਪਾਣੀ ਮੰਗਦੀ ਤਾਂ ਮੈਂ ਤੈਨੂੰ ਮੁਫਤ 'ਚ ਦਿੰਦਾ। ਉਹਦੇ ਵਿਖੇ ਪਹਿਲਾਂ ਹੀ ਪਰਮੇਸ਼ਵਰ ਨੇ ਕੀ ਗੱਲ ਆਖੀ ਸੀ, ਮੈਂ ਉਹ ਵੀ ਆਪ ਦੇ ਲਈ ਪੜ੍ਹ ਰਿਹਾ ਹਾਂ। ਯਹੋਨਾ 7 ਦਾ ਜਦੋਂ ਅਸੀਂ 37 ਤੇ 38 ਆਇਤ ਪੜ੍ਹਦੇ ਹਾਂ, ਪਿਛਲੇ ਦਿਨ ਜਿਹੜਾ ਤਿਉਹਾਰ ਦਾ ਵੱਡਾ ਦਿਨ ਸੀ, ਯਿਸੂ ਖੜਾ ਹੋਇਆ ਇਹ ਕਹਿ ਕੇ ਉੱਚੀ ਥਣੀ ਬੋਲਿਆ ਕਿ ਜੇ ਕੋਈ ਧਿਆਇਆ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ। ਯਿਸੂ ਮਸੀਹ ਕਹਿ ਰਿਹਾ, ਇਸ ਸਾਰੀ ਦੁਨੀਆ ਦੇ ਵਿੱਚ ਮੈਂ ਉਹ ਖੂਹ ਹਾਂ ਜਿਹੜਾ ਤੁਹਾਡੇ ਜੀਵਨ ਦੀ ਪਿਆਸ ਨੂੰ ਮਿਟਾ ਸਕਦਾ ਹਾਂ, ਜਿਹੜਾ ਤੁਹਾਡੇ ਜੀਵਨ ਦੀ
मौत नूं जीवन दे विच बदल सकदा हां, मैं वो खूह हां। यसू मसीह मैनू अते आप नूं उस खोह दे कोल लैके आ रहा जिहड़ा उस स्वयं है। और 38 दे विच कहंदा है, जे कोई मेरे उत्ते नेचा करदा है, बलीव मी, जे कोई मेरे उत्ते नेचा करदा है, लिखत अनुसार अमृत जल दियां नदियां ओहदे विचों वह निकलणगियां। बड़ी अद्भुत गल है। परमेश्वर पुत्र प्रभु यसु मसीह वो खूह है जिहड़ा पाप दी मुक्ति दे निमित्त मेरी प्यास नूं बुझा के मेरी आत्मा नूं सदीपक जीवन दे विच बदल दिंदा है। कितना अद्भुत परमेश्वर है। वो परमेश्वर जिहड़ा स्वयं खुश सी, जिहड़ा स्वयं खूह सी, स्वयं प्यास मिटाउण वाला सी, स्वयं जीवन दान देण वाला सी, वो परमेश्वर प्रभु यसु मसीह 14 विच इस सामरी तिमी नूं की आखदा है, पर जे कोई मेरा दिता होया जल पीवेगा, जे मेरे इस खूह दे विचों दिता होया जल पीवेगा तो सदीपक काल ते कदे त्याया ना होवेगा। इहदा मतलब उहदे विच प्यास नहीं, उहदे च अमृत जल, अमृत जल का मतलब सदा दी जिंदगी उस दे विच रहेगी। वो सदा काल ते कदे त्याया ना होवेगा, बल्कि वो जल मैं उन्होंने देंगा, वो दे विच जल दा एक सोमा बन जाएगा। मतलब लोग उहदे विचों पीणगे ते वो तृप्त हो जाणगे। इहदा मतलब वो तुहानूं भी उस खूह दे विच एक सोमा बना देगा। मैं आपनूं एक घटना दसदा। मैं हिमाचल दे विच गया तां मेरे एक ब्रदर सी, उन्हां दी मैरिज सी, मेरे नाल पढ़दे सी, ते मैं उत्थे गया तां उन्हां ने कहा ब्रदर ये पहाड़ी दे विच चलीए। मैं चलिया, मैं कहा यार मैनूं तां प्यास लग गई। उन्हें कहा ब्रदर इत्थे एक सोमा है, उत्थे जाके असीं पानी पीने। मैं कहा यार ये पहाड़ी दे उत्ते किद्दां पानी आ सकता है? कहंदा कुदरती सोमा है। मैं कहा चलो। जदों मैं उत्थे गया तो उत्थे एक बांस दी नाल दित्ती हुई आ, ते मैं कहा यार ये तां नाल दित्ती, इत्थे पानी। कहंदा भाजी हत्थ अगे करो। जदों मैं हत्थ अगे कीता तो पानी वगण लग पिया। बड़ा अद्भुत। मैं पानी पीता, पानी मिठा और प्यासा, और प्यास भी मिट गई। मैं याद किया परमेश्वर दे उस सोमे नूं जिहड़ा परमेश्वर ने मूसा दे राही इसराइलियां दे लई जदों वो गुलामी तो निकले सी, किद्दां वो बगाया सी। अज वो सोमा परमेश्वर ने मेरे लिए कालवरी क्रूस के उत्ते मेरे पापां दी मुक्ति दे लई, मेरी आत्मिक प्यास बुझाण दे लई, मैनू जीवन दान देण दे लई अपने प्यारे पुत्र प्रभु यसु मसीह विच कालवरी क्रूस के उत्ते दे दिता है, जिथों अज भी मुक्ति दी नदी बह रही है। जेड़ा कोई उस दे विचों पींदा है वो कदे प्यासा नहीं हुंदा। मेरे भाई अते भैन, हुण खोज करन दी लोड़ नहीं। हुण ओ सोमा खुद, हुण ओ खूह खुद इस दुनिया दे विच मेरी अते आप दी आत्मिक प्यास बुझाउण दे लई, आत्मिक जिंदगी बचाउण दे लई, आत्मिक मौत तो मैनू छुटकारा देण दे लई वो बह चुकी है मेरे लिए अते आप दे लिए। मैं उस खूह दा पानी जिहड़ा कलवरी क्रूस तो वगया है मैं पी लिया है। हुण मेरे कोल सदीपक जीवन है। हुण मैनू मौत दा खौफ नहीं, हुण मैनू मौत दा डर नहीं, हुण मेरे जीवन दे विच मैनू पाप दा भय नहीं। हुण मेरे जीवन विच परमेश्वर दे अमृत जल दी नदी बहंदी है, जड़ी नित प्रति दिन मैनू नवा जल दे के मेरी आत्मा नू दिन प्रति दिन परमेश्वर दी जिउंदी आस विच जैवंत करके लेके चलती है। कितना अद्भुत परमेश्वर है जिसने मेरे अते आप दे लई, मेरी अते आप दी जिंदगी नू बचाउण दे लई एक मुक्ति दा खूह
ਕਾਲਵਰੀ ਕਰੂਸ ਤੋਂ ਮੇਰੇ ਲਈ ਬਹਾਇਆ ਹੈ। ਜਦੋਂ ਮੈਂ ਉਸ ਦੇ ਕੋਲ ਜਾਣਾ ਹਾਂ ਅਤੇ ਉਸ ਖੂਹ ਦੇ ਕੋਲ ਜਦੋਂ ਮੈਂ ਜਾ ਕੇ ਬੈਠਦਾ ਹਾਂ, ਆਪਣੇ ਜੀਵਨ ਨੂੰ ਉਸ ਦੇ ਕੋਲ ਜਾ ਕੇ ਸਮਰਪਿਤ ਕਰਦਾ ਹਾਂ, ਸਰੈਂਡਰ ਕਰਦਾ ਹਾਂ, ਤਦ ਉਹ ਮੁਕਤੀ ਦਾ ਸੋਮਾ ਮੇਰੇ ਵਿੱਚ ਵਗ ਨਿਕਲਦਾ ਹੈ। ਉਹ ਸੋਮਾ ਸ਼ਾਂਤੀ ਦਾ ਹੈ, ਉਹ ਸੋਮਾ ਪਵਿੱਤਰਤਾ ਦਾ ਹੈ, ਉਹ ਸੋਮਾ ਪਰਮੇਸ਼ਰ ਦੀ ਸੱਚਾਈ ਦਾ ਹੈ, ਉਹ ਸੋਮਾ ਪਰਮੇਸ਼ਰ ਦੇ ਆਨੰਦ ਦਾ ਹੈ, ਉਹ ਸੋਮਾ ਪਰਮੇਸ਼ਰ ਦੇ ਪ੍ਰੇਮ ਦਾ ਹੈ, ਜਿਹੜਾ ਮੇਰੇ ਵਿੱਚੋਂ ਪ੍ਰਭੂ ਯਿਸੂ ਮਸੀਹ ਦੇ ਨਾਲ ਬਹਿ ਰਿਹਾ ਹੈ। ਉਹ ਆਪ ਦੇ ਜੀਵਨ ਦੇ ਵਿੱਚ ਵੀ ਬਹਿ ਨਿਕਲੇਗਾ ਜੇ ਤੁਸੀਂ ਆਪਣੇ ਜੀਵਨ ਨੂੰ ਉਸ ਖੂਹ ਦੇ ਕੋਲ ਜਾ ਕੇ ਸਮਰਪਿਤ ਕਰ ਦੋਗੇ। ਤੇ ਉਸ ਖੂਹ ਦਾ ਪਾਣੀ ਤੁਹਾਨੂੰ ਉਸ ਸਾਰੇ ਪਾਪ ਤੋਂ ਮੁਕਤ ਕਰਕੇ ਸਦੀਵੀ ਜੀਵਨ ਦਾ ਸੋਮਾ ਤੁਹਾਨੂੰ ਦੇ ਕੇ, ਸਦੀਵੀ ਜੀਵਨ ਦਾ ਪਾਣੀ ਤੁਹਾਨੂੰ ਦੇ ਕੇ ਤੁਹਾਡੀ ਆਤਮਾ ਨੂੰ ਹਮੇਸ਼ਾ ਦੀ ਜ਼ਿੰਦਗੀ ਵਿੱਚ ਤ੍ਰਿਪਤ ਕਰ ਦੇਵੇਗਾ। ਕੀ ਤੁਸੀਂ ਇਸ ਖੂਹ ਦੇ ਕੋਲ ਆ ਕੇ ਆਪਣੀ ਜ਼ਿੰਦਗੀ ਨੂੰ ਬਚਾਉਣਾ ਚਾਹੁੰਦੇ ਹੋ? ਕੀ ਤੁਸੀਂ ਇਸ ਖੂਹ ਦੇ ਕੋਲ ਆ ਕੇ ਆਪਣੀ ਜ਼ਿੰਦਗੀ ਨੂੰ ਤ੍ਰਿਪਤ ਕਰਨਾ ਚਾਹੁੰਦੇ ਹੋ? ਜੇ ਕਰਨਾ ਚਾਹੁੰਦੇ ਹੋ, ਅੱਜ ਹੀ ਤੁਸੀਂ ਇਸ ਖੂਹ ਦੇ ਕੋਲ ਆ ਕੇ ਆਪਣੇ ਆਪ ਨੂੰ ਸਮਰਪਿਤ ਕਰ ਦਿਓ, ਤਾਂ ਇਸ ਖੂਹ ਦਾ ਪਾਣੀ ਤੁਹਾਨੂੰ ਸਦੀਪਕ ਜਿਉਣ ਦੇ ਲਈ, ਸਦੀਪਕ ਜ਼ਿੰਦਗੀ ਦੇ ਨਾਲ ਆਨੰਦ ਦੇ ਸੋਤਿਆਂ ਦੇ ਵਿੱਚ ਤਬਦੀਲ ਕਰ ਦੇਵੇਗਾ ਅਤੇ ਤੁਸੀਂ ਆਨੰਦ ਦੇ ਨਾਲ ਪਰਮੇਸ਼ਰ ਦੀ ਮਹਿਮਾ ਕਰੋਗੇ। ਪਰਮੇਸ਼ਰ ਆਪ ਨੂੰ ਉਸ ਦੇ ਪ੍ਰਤੀ ਸਮਰਪਿਤ ਹੋਣ ਦੇ ਲਈ ਅਤੇ ਉਸ ਸਦੀਪਕ ਜਿਉਣ ਦੇ ਜਲ ਨੂੰ ਪ੍ਰਾਪਤ ਕਰਨ ਦੇ ਲਈ ਆਪ ਦੀ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ।